बहुत बहुत स्वागत है। ये है द नवजोत ढिल्लों वॉल ਤੇ ਮੈਂ ਹਾਂ ਨਵਜੋਤ ਢਿੱਲੋਂ। ਅੱਜ ਇੱਕ ਵਾਰੀ ਫਿਰ ਲੈ ਕੇ ਪਹੁੰਚੀ ਹਾਂ ਤੁਹਾਡੇ ਲਈ ਕੁਝ ਖਿਆਲ, ਕੁਝ ਸਵਾਲ, ਇੱਕ ਨਵਾਂ ਐਪੀਸੋਡ ਚਿੱਠੀਆਂ ਅਣਲਿਖੀਆਂ ਦਾ। ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਜਿਹੜੇ ਤੁਸੀਂ ਇਹਦੇ ਪਿਆਰ ਦੇ ਨਾਲ ਚਿੱਠੀਆਂ ਸੁਣਦੇ ਹੋ, ਚਿੱਠੀਆਂ ਲਿਖਦੇ ਹੋ, ਚਿੱਠੀਆਂ ਦੇ ਲਈ ਹੁੰਗਾਰਾ ਭਰਦੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਹੁਣ ਅੱਜ ਜਿਹੜੀ ਇੱਕ ਚਿੱਠੀ ਆਈ ਹੈ ਇਹ ਵੀ ਇੱਕ ਬਹੁਤ ਖਾਸ ਚਿੱਠੀ ਹੈ। ਇੰਨੇ ਐਪੀਸੋਡਸ ਤੁਸੀਂ ਹੁਣ ਤੱਕ ਚਿੱਠੀਆਂ ਅਣਲਿਖੀਆਂ ਦੇ ਦੇਖ ਚੁੱਕੇ ਹੋ, ਸੁਣ ਚੁੱਕੇ ਹੋ। ਤੁਸੀਂ ਖੁਦ ਮਹਿਸੂਸ ਕਰਦੇ ਹੋ ਕਿ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਕੁਝ ਨਾ ਕੁਝ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਅਸੀਂ ਦੱਬ ਕੇ ਬੈਠੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਕੋਈ ਇਹੋ ਜਿਹੀ ਚੀਜ਼, ਇਹੋ ਜਿਹੀ ਥਾਂ ਭਾਲਦੇ ਹਾਂ ਜਿੱਥੇ ਉਹ ਗੱਲਾਂ ਕਰ ਸਕੀਏ, ਕੱਢ ਸਕੀਏ। ਇਸੇ ਕਰਕੇ ਇਹ ਪਲੇਟਫਾਰਮ ਤੁਹਾਡੇ ਲਈ ਹੈ। ਸੋ ਇਹ ਪਲੇਟਫਾਰਮ ਖਾਸ ਤੌਰ ਦੇ ਉੱਤੇ ਤੁਹਾਡੇ ਦਿਲ ਦੀਆਂ ਡੂੰਘਾਈਆਂ ਤੱਕ, ਤਹਿ ਤੱਕ ਪਹੁੰਚਣਾ ਚਾਹੁੰਦਾ ਹੈ ਅਤੇ ਤੁਸੀਂ ਵੀ ਖੁੱਲ੍ਹ ਕੇ ਗੱਲਾਂ ਕਰ ਸਕਦੇ ਹੋ ਚਿੱਠੀਆਂ ਅਣਲਿਖੀਆਂ ਦੇ ਰਾਹੀਂ। ਅਤੇ ਆਓ ਫਿਰ ਸਿਲਸਿਲਾ ਸ਼ੁਰੂ ਕਰਦੇ ਹਾਂ ਚਿੱਠੀਆਂ ਅਣਲਿਖੀਆਂ ਦਾ। ਇਹ ਚਿੱਠੀ ਜਿਹੜੀ ਮੇਰੇ ਕੋਲ ਪਹੁੰਚੀ ਹੈ, ਇਹ ਚਿੱਠੀ ਬਰੈਂਪਟਨ ਓਨਟਾਰੀਓ ਤੋਂ ਆਈ ਹੈ ਅਤੇ ਲਿਖਣ ਵਾਲੇ ਦਾ ਨਾਮ ਮੈਂ ਬਦਲ ਕੇ ਵਰਿੰਦਰ ਰੱਖ ਦਿੱਤਾ ਹੈ। ਇਹਨਾਂ ਦੇ ਡੈਡ ਕਿਸੇ ਸਮੇਂ ਅਲਕੋਹਲਿਕ ਸਨ, ਯਾਨੀ ਸ਼ਰਾਬ ਪੀਣ ਦੇ ਆਦੀ ਸਨ। ਭਾਵੇਂ ਉਹ ਅੱਜ ਕੱਲ੍ਹ ਸ਼ਰਾਬ ਛੱਡ ਚੁੱਕੇ ਨੇ, ਪਰ ਇਹਨਾਂ ਦੇ ਫਾਦਰ ਦੇ ਅਲਕੋਹਲਿਕ ਹੋਣ ਕਰਕੇ ਜੋ ਕੁਝ ਇਹਨਾਂ ਨੇ ਬਚਪਨ ਦੇ ਵਿੱਚ ਦੇਖਿਆ, ਬਚਪਨ ਦੇ ਵਿੱਚ ਸਿਹਾ ਹੈ, ਉਸ ਦਾ ਜ਼ਿਕਰ ਇਹਨਾਂ ਨੇ ਇਸ ਚਿੱਠੀ ਦੇ ਵਿੱਚ ਕੀਤਾ ਹੈ। ਸੋ ਮੈਂ ਇੱਕ ਵਾਰ ਫਿਰ ਦੱਸਦੀ ਹਾਂ ਕਿ ਨਾਮ ਚਿੱਠੀ ਲਿਖਣ ਵਾਲੇ ਦਾ ਮੈਂ ਬਦਲ ਕੇ ਰੱਖ ਦਿੱਤਾ ਹੈ ਵਰਿੰਦਰ। ਕਈ ਵਾਰੀ ਇਹ ਕੋਇਨਸੀਡੈਂਸ ਹੁੰਦਾ ਕਿ ਕਿਸੇ ਦਾ ਨਾਮ ਕਿਸੇ ਦੇ ਨਾਲ ਮੈਚ ਕਰ ਜਾਂਦਾ। ਜੇ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਹੈ ਤਾਂ ਮੈਂ ਉਸ ਦੇ ਲਈ ਜ਼ਿੰਮੇਵਾਰ ਨਹੀਂ ਹਾਂ, ਕਿਉਂਕਿ ਇਹ ਇੱਕ ਫੇਕ ਨਾਮ ਹੈ। ਅਸਲੀ ਨਾਮ ਹਮੇਸ਼ਾ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੀ ਹਾਂ ਕਿ ਬਦਲ ਦੇਵਾਂ। ਚਿੱਠੀ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਹੈ ਆਪਣੇ ਡੈਡ ਦੇ ਨਾਮ, ਇੱਕ ਟੀਨੇਜਰ ਲੜਕਾ ਹੈ। ਮੈਂ ਵੀ ਦੱਸਦੀ ਹਾਂ ਜਿਹਦੀ ਚਿੱਠੀ ਆਈ ਹੈ, ਟੀਨੇਜਰ ਲੜਕਾ ਹੈ। ਕਹਿੰਦੇ, ਪਿਆਰੇ ਡੈਡ, ਅੱਜ ਇਹ ਚਿੱਠੀ ਇਸ ਲਈ ਲਿਖਣ ਦੀ ਲੋੜ ਪਈ ਹੈ ਕਿਉਂਕਿ ਮੈਨੂੰ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਅੱਜ ਕੱਲ੍ਹ ਤੁਹਾਡੇ ਨਾਲ ਨਾ ਬੋਲਦਾ ਹੋਣ ਦੇ ਬਾਵਜੂਦ ਇਕੱਲਾ ਹੀ ਅਕਸਰ ਤੁਹਾਡੇ ਨਾਲ ਗੱਲਾਂ ਕਰਨ ਲੱਗ ਪਿਆ ਹਾਂ। ਮੇਰੇ 2 ਫਰੈਂਡਸ ਦੇ ਡੈਡ ਦੀ ਮੌਤ ਹੋਣ ਮਗਰੋਂ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਨੇ ਅਤੇ ਅਕਸਰ ਆਪੋ ਆਪਣੇ ਡੈਡਸ ਦੀਆਂ ਗੱਲਾਂ ਕਰਨ ਵੇਲੇ ਉਹ ਰੋ ਪੈਂਦੇ ਨੇ, ਉਹਨਾਂ ਦੀਆਂ ਯਾਦਾਂ ਵਿੱਚ ਗੁਆਚ ਜਾਂਦੇ ਨੇ। ਮੇਰੇ ਵੱਲ ਦੇਖੋ ਨਾ, ਤੁਸੀਂ ਮੇਰੇ ਡੈਡ ਹੋ, ਜਿਉਂਦੇ ਜਾਗਦੇ ਹੋ, ਠੀਕ ਠਾਕ ਹੋ, ਪਰ ਤੁਹਾਡੇ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਮੈਨੂੰ ਵੀ ਰਵਾ ਦਿੰਦੀਆਂ ਨੇ। ਅੱਗੋਂ ਲਿਖ ਰਹੇ ਨੇ, ਕਹਿੰਦੇ, ਜਦੋਂ ਮੈਂ ਛੋਟਾ ਸਾਂ ਤੁਸੀਂ ਮੈਨੂੰ ਸ਼ਾਇਦ ਬਹੁਤ ਪਿਆਰ ਕਰਦੇ ਸੀ, ਸ਼ਾਇਦ ਬਹੁਤ ਪਿਆਰ ਕਰਦੇ ਸੀ। ਛੋਟੇ ਹੁੰਦੇ ਦੀਆਂ ਆਪਣੀਆਂ ਫੋਟੋਆਂ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਮੈਨੂੰ, ਪਰ ਬਦਕਿਸਮਤੀ ਨਾਲ ਤੁਹਾਡੇ ਨਾਲ ਜੁੜੀਆਂ ਮਾੜੀਆਂ ਯਾਦਾਂ ਦਾ ਪਰਛਾਵਾਂ ਚੰਗੀਆਂ ਯਾਦਾਂ 'ਤੇ ਭਾਰੂ ਹੋ ਜਾਂਦਾ ਹੈ। ਅੱਗੋਂ ਵਰਿੰਦਰ ਉਹਨਾਂ ਨੇ ਲਿਖਿਆ, ਕਹਿੰਦੇ, ਮੈਨੂੰ ਸਮਝ ਹੀ ਨਹੀਂ ਆ ਸਕੀ ਹਾਲੇ ਤੱਕ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਜਾਂ ਨਹੀਂ। ਮੈਂ ਅਕਸਰ ਇਸ ਬਾਰੇ ਸੋਚ ਕੇ ਕਨਫਿਊਜ਼ ਅਤੇ ਪਰੇਸ਼ਾਨ ਹੋ ਜਾਂਦਾ ਹਾਂ। ਡੈਡ, ਕਿੰਨੀ ਹੈਰਾਨੀ ਦੀ ਗੱਲ ਹੈ ਕਿ ਆਪਾਂ ਇੱਕੋ ਘਰ 'ਚ ਰਹਿੰਦੇ ਹਾਂ, ਪਰ ਪਿਛਲੇ 10-12 ਸਾਲਾਂ ਤੋਂ ਆਪਾਂ ਇੱਕ ਦੂਜੇ ਨਾਲ ਕਦੇ ਗੱਲ ਵੀ ਨਹੀਂ ਕੀਤੀ। ਆਪਾਂ ਆਪੋ ਆਪਣੇ ਕੰਫਰਟ ਜ਼ੋਨਸ ਵਿੱਚ ਹਾਂ। ਕਿੰਨੀ ਅਜੀਬ ਜਿਹੀ ਅੰਡਰਸਟੈਂਡਿੰਗ ਹੈ ਆਪਣੇ ਦੋਹਾਂ ਵਿੱਚ। ਤੁਹਾਡੀ ਸ਼ਰਾਬ ਪੀਣ ਦੀ ਆਦਤ ਭਾਵੇਂ ਅੱਜ ਛੁੱਟ ਚੁੱਕੀ ਹੈ, ਤੁਸੀਂ ਕਈ ਸਾਲਾਂ ਤੋਂ ਸ਼ਰਾਬ ਨਹੀਂ ਪੀਤੀ, ਪਰ ਜਦ ਪੀਂਦੇ ਸੀ ਉਸ ਆਦਤ ਨੇ ਤੁਹਾਡੇ ਕੋਲੋਂ ਕੀ ਕਰਵਾਇਆ, ਤੁਸੀਂ ਕੀ ਗਵਾਇਆ। ਮੌਮ ਅਤੇ ਸਾਡੇ ਸਾਰੇ ਭੈਣਾਂ ਭਰਾਵਾਂ ਕੋਲੋਂ ਕੀ ਖੋਹ ਲਿਆ। ਇਸ ਦਾ ਹਿਸਾਬ ਕਿਤਾਬ ਤੁਸੀਂ ਸ਼ਾਇਦ ਕਦੇ ਕੀਤਾ ਹੀ ਨਹੀਂ, ਅਤੇ ਜੇ ਕਰ ਲੈਂਦੇ ਸ਼ਾਇਦ ਉਸ ਨੁਕਸਾਨ ਦੀ ਪੂਰਤੀ ਲਈ ਕੁਝ ਨਾ ਕੁਝ ਤੁਸੀਂ ਜ਼ਰੂਰ ਕਰਦੇ। ਮੈਂ ਜਦ ਹੋਸ਼ ਸੰਭਾਲੀ ਸੀ ਤੁਹਾਨੂੰ ਹਰ ਸ਼ਾਮ ਸ਼ਰਾਬੀ ਹਾਲਤ ਵਿੱਚ ਹੀ ਦੇਖਿਆ ਸੀ। ਤੁਹਾਨੂੰ ਕਿੱਥੇ ਯਾਦ ਹੋਣੀ ਇਹ ਗੱਲ। ਅੱਗੋਂ ਇਹਨਾਂ ਨੇ ਲਿਖਿਆ ਕਿ ਮੈਂ 6-7 ਸਾਲ ਦਾ ਸੀ, 6-7 ਸਾਲ ਦਾ ਹੀ ਸੀ। ਤੁਸੀਂ ਟੇਬਲ 'ਤੇ ਬੋਤਲ ਖੋਲ੍ਹੀ ਬੈਠੇ ਸੀ। ਆਪਣਾ ਗਲਾਸ ਅੱਧ ਵਿਚਾਲੇ ਛੱਡ ਕੇ ਤੁਸੀਂ ਸ਼ਾਇਦ ਵਾਸ਼ਰੂਮ ਚਲੇ ਗਏ ਸੀ ਅਤੇ ਮੈਂ ਉਹੀ ਗਲਾਸ ਚੁੱਕ ਕੇ ਆਪਣੇ ਮੂੰਹ ਨੂੰ ਲਾ ਲਿਆ।
ਕੌੜਾ ਲੱਗਾ ਤਾਂ ਰੋਣ ਲੱਗ ਪਿਆ। ਮੌਮ ਨੇ ਗੁੱਸੇ 'ਚ ਆ ਕੇ ਗਲਾਸ ਸਿੰਕ 'ਚ ਵਗਾ ਮਾਰਿਆ ਤੇ ਬੋਟਲ ਗਾਰਬੇਜ ਬਿਨ ਵਿੱਚ ਸੁੱਟ ਦਿੱਤੀ। ਤੁਸੀਂ ਵਾਸ਼ਰੂਮ ਤੋਂ ਬਾਹਰ ਆ ਕੇ ਜਦੋਂ ਬੋਤਲ ਗਾਇਬ ਦੇਖੀ ਤਾਂ ਮੌਮ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਅੱਗੇ ਲਿਖ ਰਹੇ ਨੇ, ਕਹਿੰਦੇ ਉਹਨਾਂ ਗਾਲਾਂ ਦੀ ਗੂੰਜ ਤੇ ਤੁਹਾਡਾ ਗੁੱਸਾ ਜਿਵੇਂ ਹਾਲੇ ਵੀ ਮੇਰੇ ਦਿਲ ਵਿੱਚ ਘਰ ਕਰੀ ਬੈਠਾ ਹੈ। ਮੌਮ ਆਪਣਾ ਆਪ ਬਚਾਉਂਦੀ ਸਾਨੂੰ ਦੋਹਾਂ ਭੈਣ ਭਰਾਵਾਂ ਨੂੰ ਧੂ ਕੇ ਕਮਰੇ ਵਿੱਚ ਲੈ ਗਈ। ਡੈਡ, ਮੈਂ ਮਸਾਂ 6-7 ਸਾਲ ਦਾ ਬੱਚਾ ਸੀ ਉਦੋਂ। ਤੁਹਾਡੀ ਇੰਨੀ ਡਰਾਉਣੀ ਇਮੇਜ ਬਣ ਗਈ ਮੇਰੇ ਮਨ 'ਤੇ ਕਿ ਮੈਂ ਘਰ ਵਿੱਚ ਕਦੇ ਵੀ ਤੁਹਾਡੇ ਕੋਲ ਇਕੱਲਾ ਨਹੀਂ ਸੀ ਬੈਠਦਾ। ਮੈਨੂੰ ਹਰੇਕ ਆਦਮੀ ਤੋਂ ਭੈ ਆਉਂਦਾ ਸੀ। ਸ਼ਾਮ ਨੂੰ ਜਦ ਤੁਹਾਡੇ ਘਰ ਆਉਣ ਦਾ ਸਮਾਂ ਹੋਣਾ ਤਾਂ ਹੌਲ ਜਿਹੇ ਪੈਣ ਲੱਗ ਪੈਂਦੇ ਸੀ। ਤੁਸੀਂ ਪਿਆਰ ਨਾਲ ਵੀ ਬੁਲਾਉਣਾ ਤਾਂ ਵੀ ਤੁਹਾਡੇ ਕੋਲੋਂ ਡਰ ਲੱਗਦਾ ਹੁੰਦਾ ਸੀ। ਯਾਦ ਹੈ ਤੁਹਾਨੂੰ, ਜਦ ਇੱਕ ਵਾਰ ਤੁਸੀਂ ਮੇਰੇ ਮੂੰਹ ਨੇੜੇ ਆਪਣਾ ਮੂੰਹ ਕਰਕੇ ਮੈਨੂੰ ਲਾਡ ਜਿਹਾ ਕਰਨ ਲੱਗੇ ਸੀ। ਮੈਨੂੰ ਤੁਹਾਡੇ ਮੂੰਹ ਤੋਂ ਸ਼ਰਾਬ ਦੀ ਬਦਬੂ ਆਈ ਤਾਂ ਮੈਂ ਤੁਹਾਨੂੰ ਧੱਕਾ ਮਾਰ ਦਿੱਤਾ ਤੇ ਤੁਸੀਂ ਮੇਰੇ ਦੋਵੇਂ ਹੱਥ ਮਰੋੜ ਕੇ ਆਪਣੇ ਇੱਕ ਹੱਥ ਵਿੱਚ ਲੈ ਲਏ ਤੇ ਦੂਜੇ ਹੱਥ ਨਾਲ ਮੇਰੇ ਮੂੰਹ ਤੇ 2-3 ਚਪੇੜਾਂ ਜੜ ਦਿੱਤੀਆਂ। ਤੁਹਾਨੂੰ ਕਿੱਥੇ ਯਾਦ ਹੋਣਾ, ਤੁਸੀਂ ਤਾਂ ਉਸ ਵੇਲੇ ਨਸ਼ੇ ਵਿੱਚ ਸੀ। ਮੌਮ ਮੇਰੇ ਬਚਾਅ ਲਈ ਆਈ ਤਾਂ ਤੁਸੀਂ ਉਸ ਨੂੰ ਵੀ ਗਾਲਾਂ ਕੱਢੀਆਂ ਤੇ ਮੌਮ ਤੇ ਹੱਥ ਚੁੱਕਣਾ, ਗਾਲੀ ਗਲੋਚ ਕਰਨਾ, ਇਹ ਸਭ ਕੁਝ ਰੋਜ਼ ਵਾਪਰਨਾ ਸ਼ੁਰੂ ਹੋ ਚੁੱਕਾ ਸੀ। ਮੌਮ ਤੇ ਤਰਸ ਆਉਂਦਾ ਸੀ, ਪਰ ਮੌਮ ਨੇ ਮੈਨੂੰ ਸਕੂਲ ਜਾਣ ਲੱਗੇ ਨੂੰ ਰੋਜ਼ ਪੱਕਾ ਕਰੀ ਜਾਣਾ ਕਿ ਘਰ ਦੀ ਗੱਲ ਬਾਹਰ ਨਹੀਂ ਕਰੀਦੀ ਹੁੰਦੀ। ਸਕੂਲ 'ਚ ਤਾਂ ਬਿਲਕੁਲ ਨਹੀਂ ਕਰਨੀ। ਮੈਂ ਸ਼ਾਇਦ ਉਸ ਵੇਲੇ ਗ੍ਰੇਡ 5 ਵਿੱਚ ਸੀ। ਮੌਮ ਨੇ ਮੈਨੂੰ ਡਰਾ ਦੇਣਾ ਕਿ ਜੇ ਘਰ ਦੀ ਗੱਲ ਸਕੂਲ 'ਚ ਕੀਤੀ ਤਾਂ ਪੁਲਿਸ ਤੇਰੇ ਡੈਡ ਨੂੰ ਫੜ ਕੇ ਲੈ ਜਾਊ। ਪੁੱਤ ਪਿਓ ਨਾਲ ਇੱਦਾਂ ਨਹੀਂ ਕਰਦੇ ਹੁੰਦੇ। ਪਰ ਮੈਂ ਮੌਮ ਨੂੰ ਪੁੱਛਿਆ ਕਿ ਤਾਂ ਫਿਰ ਪਿਓ ਪੁੱਤਾਂ ਨਾਲ ਇੱਦਾਂ ਕਰਿਆ ਕਰਦੇ ਹੁੰਦੇ ਆ? ਕੀ ਹਸਬੈਂਡ ਵੀ ਵਾਈਫਸ ਦੇ ਨਾਲ ਇਸੇ ਤਰ੍ਹਾਂ ਕਰਦੇ ਹੁੰਦੇ ਆ ਜਿਸ ਤਰ੍ਹਾਂ ਡੈਡ ਤੁਹਾਡੇ ਨਾਲ ਕਰਦੇ ਨੇ? ਮੌਮ ਦੇ ਚਿਹਰੇ ਤੇ ਬੇਵਸੀ ਭਰੀ ਚੁੱਪ ਹੁੰਦੀ ਸੀ, ਪਰ ਮੈਂ ਵੀ ਮੌਮ ਦੀ ਰਿਕੁਐਸਟ ਕਰਕੇ ਚੁੱਪ ਸਾਂ। ਮੈਂ 16 ਸਾਲ ਦਾ ਹੋ ਗਿਆ। ਘਰ ਦਾ ਮਾਹੌਲ ਨਾ ਬਦਲਿਆ। ਡੈਡ, ਉਸ ਦਿਨ ਤਾਂ ਤੁਸੀਂ ਮਾਂ ਨੂੰ ਸ਼ਾਇਦ ਕੁੱਟ-ਕੁੱਟ ਕੇ ਮਾਰ ਹੀ ਦੇਣਾ ਸੀ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ। ਮੇਰੇ ਦਿਲ ਵਿੱਚ ਵੀ ਆਈ ਕਿ ਮੈਂ ਵੀ ਤੁਹਾਨੂੰ ਉਹੀ ਟਰੀਟਮੈਂਟ ਦੇਵਾਂ ਜੋ ਤੁਸੀਂ ਮੌਮ ਨੂੰ ਦੇ ਰਹੇ ਸੀ। ਵਰਿੰਦਰ ਹੁਣਾਂ ਨੇ ਅੱਗੋਂ ਲਿਖਿਆ, ਕਹਿੰਦੇ ਕਿ ਪਰ ਮੈਂ ਆਪਣੇ ਆਪ ਨੂੰ ਰੋਕ ਲਿਆ। ਪਰ ਪੁਲਿਸ ਨੂੰ ਕਾਲ ਕਰਨਾ ਮੇਰੀ ਮਜਬੂਰੀ ਸੀ। ਮਾਂ ਨੂੰ ਅੱਖਾਂ ਸਾਹਮਣੇ ਮਰਦੀ ਮੈਂ ਕਿਵੇਂ ਦੇਖਦਾ ਡੈਡ, ਪੁਲਿਸ ਨੇ ਤੁਹਾਨੂੰ ਰੀਹੈਬ ਸੈਂਟਰ ਵਿੱਚ ਭੇਜ ਦਿੱਤਾ ਤੇ ਤੁਸੀਂ ਉੱਥੋਂ ਕਈ ਵਾਰੀ ਭੱਜੇ। ਤੁਹਾਡੀ ਸ਼ਰਾਬ ਦੀ ਆਦਤ ਜਾਂ ਕਹਿ ਲਓ ਬਿਮਾਰੀ, ਉਹ ਤੋਂ ਖਹਿੜਾ ਤਾਂ ਛੁੱਟ ਗਿਆ, ਤੁਸੀਂ ਠੀਕ ਹੋ ਗਏ ਤੇ ਮੌਮ ਨੇ ਤੁਹਾਨੂੰ ਸਭ ਕੁਝ ਭੁੱਲ ਭੁਲਾ ਕੇ ਸਵੀਕਾਰ ਕਰ ਲਿਆ। ਧੰਨ ਦੀ ਹੈ ਉਹ ਔਰਤ, ਬਹੁਤ ਵੱਡਾ ਜਿਗਰਾ ਹੈ ਉਸ ਔਰਤ ਦਾ। ਉਸ ਦੀ ਜਵਾਨੀ ਰੁਲ ਗਈ ਤੇ ਸਾਡਾ ਬਚਪਨ ਰੁਲ ਗਿਆ। ਸਾਡੇ ਲਈ ਬਾਪ ਦੇ ਪਿਆਰ ਦਾ ਅਰਥ ਬਾਪ ਦਾ ਖੌਫ ਸੀ। ਮੈਨੂੰ ਯਾਦ ਹੈ ਇੱਕ ਵਾਰ ਫਾਦਰਸ ਡੇ 'ਤੇ ਨਿੱਕੀ ਕਹਿੰਦੀ, ਡੈਡਸ ਗਰਲ ਜਾਂ ਡੈਡਸ ਪ੍ਰਿੰਸੈਸ ਵਰਗੀਆਂ ਗੱਲਾਂ ਫੇਕ ਹੁੰਦੀਆਂ ਨੇ। ਮੈਨੂੰ ਪਤਾ ਸੀ ਕਿ ਮੈਂ ਉਸ ਦੇ ਮਨ ਵਿੱਚੋਂ ਬਾਪ ਦੀ ਭਿਆਨਕ ਤਸਵੀਰ ਨੂੰ ਮਿਟਾ ਨਹੀਂ ਸਕਦਾ ਸੀ। ਇਹ ਕੰਮ ਸਿਰਫ ਤੁਸੀਂ ਹੀ ਕਰ ਸਕਦੇ ਸੀ। ਡੈਡ, ਨਿੱਕੀ ਵਿਆਹ ਦੀ ਗੱਲ ਤਾਂ ਦੂਰ ਰਹੀ, ਕਿਸੇ ਮੁੰਡੇ ਨਾਲ ਦੋਸਤੀ ਕਰਨੋਂ ਵੀ ਡਰਦੀ ਹੈ। ਮੌਮ ਨੂੰ ਜ਼ਲੀਲ ਹੁੰਦਿਆਂ ਰੋਜ਼ ਕੁੱਟ ਖਾਂਦਿਆਂ ਦੇਖਦੀ ਰਹੀ ਹੈ ਉਹ। ਡੈਡ, ਸੱਚ ਜਾਣੋ ਤਾਂ ਬੇਚੈਨੀ ਤੇ ਘਬਰਾਹਟ ਸਾਡੇ ਦੋਹਾਂ ਭੈਣ ਭਰਾਵਾਂ ਦੇ ਸੁਭਾਅ ਦਾ ਹਿੱਸਾ ਬਣ ਗਈ ਹੈ। ਅਸੀਂ ਅੰਦਰੋਂ ਅੰਦਰੀ ਘੁਲਦੇ ਰਹਿੰਦੇ ਹਾਂ। ਮੈਂ ਭਾਵੇਂ ਤੁਹਾਡੀ ਸ਼ਰਾਬ ਦੀ ਆਦਤ ਤੇ ਵਰਤਾਰੇ ਕਾਰਨ ਬਹੁਤ ਤਕਲੀਫ ਦੇ ਵਿੱਚ ਰਿਹਾ ਹਾਂ, ਪਰ ਇਸ ਸਭ ਕਾਸੇ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ, ਭਾਵੇਂ ਮੈਂ ਆਪਣਾ ਬਹੁਤ ਕੁਝ ਗਵਾਇਆ ਵੀ ਹੈ। ਮੈਂ ਕੀ ਸਿੱਖਿਆ ਹੈ ਮੈਂ ਤੁਹਾਨੂੰ ਦੱਸਦਾ ਹਾਂ। ਮੈਂ ਔਰਤ ਦੀ ਇੱਜ਼ਤ ਕਰਨੀ ਸਿੱਖੀ ਹੈ। ਪਿਆਰ ਦੇ ਮੋਹ ਦੇ ਡੂੰਘੇ ਅਰਥ ਸਮਝੇ ਨੇ। ਮੈਂ ਸਹਿਜ ਸਮਝਦਾ ਹਾਂ ਕਿ ਪਿਆਰ ਕਰਨ ਵਾਲਿਆਂ ਨੂੰ ਅਸੀਂ ਦੁੱਖ ਨਹੀਂ ਦੇ ਸਕਦੇ, ਗਾਲਾਂ ਨਹੀਂ ਕੱਢ ਸਕਦੇ, ਕੁੱਟਮਾਰ ਨਹੀਂ ਕਰ ਸਕਦੇ।
ਇਹ ਤੱਥ ਮੈਂ ਤੁਹਾਡੀ ਜ਼ਿੰਦਗੀ 'ਚੋਂ ਹੀ ਕੱਢੇ ਨੇ ਕਿ ਸ਼ਰਾਬ ਦੀ ਬਿਮਾਰੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਸੇ ਕਰਕੇ ਮੈਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਹੈ। ਤੇ ਇੱਕ ਗੱਲ ਹੋਰ, ਬਾਪ ਬਣਨਾ ਵੱਡੀ ਜ਼ਿੰਮੇਵਾਰੀ ਹੈ। ਇਸ ਗੱਲ ਦੀ ਮੈਨੂੰ ਚੰਗੀ ਤਰ੍ਹਾਂ ਸਮਝ ਹੈ ਤੇ ਸ਼ਾਇਦ ਤੁਸੀਂ ਹਾਲੇ ਤੱਕ ਇਸ ਜ਼ਿੰਮੇਵਾਰੀ ਨੂੰ ਕਬੂਲ ਨਹੀਂ ਸਕੇ। ਅੱਗੋਂ ਵਰਿੰਦਰ ਹੁਣੀ ਲਿਖ ਰਹੇ ਨੇ, ਕਹਿੰਦੇ ਡੈਡ, ਬਚਪਨ ਵਿੱਚ ਸਾਨੂੰ ਦਿੱਤੇ ਜ਼ਖਮਾਂ ਨੂੰ ਭਰਨ ਦਾ ਮੌਕਾ ਹਾਲੇ ਵੀ ਤੁਹਾਡੇ ਕੋਲ ਹੈ। ਤੁਸੀਂ ਸ਼ਰਾਬ ਛੱਡ ਕੇ ਵੀ ਕਈ ਸਾਲਾਂ ਤੋਂ ਇਵੇਂ ਵਿਚਰ ਰਹੇ ਹੋ ਜਿਵੇਂ ਤੁਹਾਡੇ ਪਰਿਵਾਰ ਨੇ ਤੁਹਾਡੇ ਕੋਲੋਂ ਤੁਹਾਡਾ ਕੁਝ ਕੀਮਤੀ ਖੋਹ ਲਿਆ ਹੋਵੇ, ਜਾਂ ਤੁਸੀਂ ਪਰਿਵਾਰ 'ਤੇ ਕੋਈ ਅਹਿਸਾਨ ਕੀਤਾ ਹੋਵੇ। ਦੱਸੋ, ਇੰਨੀ ਵੀ ਕੀ ਹੈਂਕੜ ਹੋਈ? ਤੁਸੀਂ ਜਿਸ ਵਾਈਫ ਨੂੰ ਇੰਨੇ ਸਾਲ ਬਿਨਾਂ ਉਸ ਦੇ ਕਸੂਰ ਦੇ ਤਕਲੀਫਾਂ ਦਿੱਤੀਆਂ ਤੇ ਉਹ ਸਹਿੰਦੀ ਰਹੀ, ਉਸ ਕੋਲ ਬੈਠ ਕੇ ਪਛਤਾਵੇ ਦੇ 2 ਬੋਲ ਨਾ ਬੋਲ ਸਕੇ। ਆਪਣੇ ਬੱਚਿਆਂ ਕੋਲੋਂ ਉਹਨਾਂ ਦੀ ਮਾਸੂਮੀਅਤ ਖੋਹਣ ਲਈ ਤੁਸੀਂ ਮਾਫੀ ਨਾ ਮੰਗ ਸਕੇ। ਡੈਡ, ਸ਼ਰਾਬ ਛੱਡਣ ਨਾਲ ਤੁਹਾਡੀ ਸਰੀਰਕ ਸਿਹਤ ਦਾ ਤਾਂ ਬਚਾਅ ਹੋ ਗਿਆ, ਪਰ ਮਾਨਸਿਕ ਤੇ ਭਾਵਨਾਤਮਕ ਤੌਰ 'ਤੇ ਤੁਸੀਂ ਗਰੀਬੀ ਚੱਲ ਰਹੇ ਹੋ। ਊਣੇ ਹੋ ਤੁਸੀਂ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਤੁਸੀਂ ਹਾਲੇ ਵੀ ਆਪਣੀ ਈਗੋ ਛੱਡ ਕੇ ਆਪਣੇ ਪਰਿਵਾਰ ਵਿੱਚ ਮੋਹ ਮੁਹੱਬਤ ਵੰਡ ਕੇ ਆਪਣੀ ਖਾਲੀ ਜ਼ਿੰਦਗੀ ਭਰ ਸਕਦੇ ਹੋ। ਅਖੀਰ 'ਚ ਵਰਿੰਦਰ ਹੁਣਾਂ ਨੇ ਲਿਖਿਆ, ਕਹਿੰਦੇ ਪਰ ਤੁਹਾਨੂੰ ਇਹ ਸਭ ਕੁਝ ਕੌਣ ਕਹੇ? ਤੁਸੀਂ ਸੁਣੀ ਵੀ ਕਿਸ ਦੀ ਹੈ? ਪਰ ਫਿਰ ਵੀ ਇੱਕ ਕੋਸ਼ਿਸ਼ ਕੀਤੀ ਹੈ ਇਸ ਚਿੱਠੀ ਰਾਹੀਂ ਮੈਂ ਆਪਣੀ ਗੱਲ ਕਹਿਣ ਦੀ। ਪਿਆਰ ਨਾਲ ਲਿਖਣ ਤੋਂ ਬਾਅਦ ਇਹਨਾਂ ਨੇ ਲਿਖਿਆ, ਕਹਿੰਦੇ ਰਹਿਣਾ ਤਾਂ ਤੁਹਾਡਾ ਬੇਟਾ ਹੀ ਹਾਂ। ਵਰਿੰਦਰ ਹੁਣਾਂ ਨੇ ਚਿੱਠੀ ਲਿਖੀ, ਬਹੁਤ ਬਹੁਤ ਸ਼ੁਕਰੀਆ। ਅੱਜ ਫਿਰ ਇਸ ਚਿੱਠੀ ਨੂੰ ਪੜ੍ਹਦੇ ਵੇਲੇ, ਤੁਹਾਡੇ ਨਾਲ ਸਾਂਝੀ ਕਰਦੇ ਵੇਲੇ ਮੈਨੂੰ ਇਹ ਗੱਲ ਮਹਿਸੂਸ ਹੋ ਰਹੀ ਹੈ ਕਿ ਬਹੁਤ ਘਰ ਨੇ ਸਾਡੇ, ਬਹੁਤ ਪਰਿਵਾਰ ਨੇ ਜਿਹੜੇ ਸ਼ਰਾਬ ਦੀ ਭੇਂਟ ਚੜ੍ਹੇ ਨੇ, ਜਾਂ ਸ਼ਰਾਬ ਪੀਣ ਤੋਂ ਬਾਅਦ ਨਸ਼ੇ ਦੇ ਵਿੱਚ ਕੋਈ ਵਿਅਕਤੀ ਕੀ ਹਰਕਤਾਂ ਕਰਦਾ ਹੈ, ਉਸ ਨੂੰ ਸ਼ਾਇਦ ਇਸ ਚੀਜ਼ ਦੀ ਹੋਸ਼ ਨਹੀਂ ਹੁੰਦੀ। ਤੁਹਾਨੂੰ ਯਾਦ ਹੈ ਕਿ 2 ਐਪੀਸੋਡ ਪਹਿਲਾਂ ਇੱਕ ਚਿੱਠੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਸੀ, ਜਿਹੜੀ ਪੰਜਾਬ ਤੋਂ ਆਈ ਸੀ, ਲੁਧਿਆਣੇ ਜ਼ਿਲ੍ਹੇ ਦੇ ਇੱਕ ਪਿੰਡ ਤੋਂ, ਦਿਲਗੀਤ ਨਾਂ ਦੇ ਮੁੰਡੇ ਵੱਲੋਂ। ਉਹਨੇ ਇਹ ਗੱਲ ਕਬੂਲ ਕੀਤੀ ਸੀ ਕਿ ਨਸ਼ੇ ਦੀ ਹਾਲਤ ਵਿੱਚ ਹੀ ਉਸਨੇ ਆਪਣੀ ਮਾਂ ਨੂੰ ਮਾਰ ਦਿੱਤਾ ਸੀ। ਉਸ ਤੋਂ ਬਾਅਦ ਮੇਰੇ ਕੋਲ ਟੈਲੀਫੋਨ ਕਾਲਸ ਆਈਆਂ, ਕੁਝ ਈਮੇਲਸ ਵੀ ਆਈਆਂ ਉਸ ਚਿੱਠੀ ਦੇ ਰਿਸਪੌਂਸ ਦੇ ਵਿੱਚ ਕਿ ਨਸ਼ਾ ਕੀ ਕੁਝ ਕਰ ਸਕਦਾ ਹੈ ਅਤੇ ਕਿੰਨੇ ਘਰ ਖਰਾਬ ਹੋਏ ਨੇ, ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਪਰ ਜਿਸ ਤਰ੍ਹਾਂ ਦੀ ਇਹ ਜਿਹੜੀ ਗੱਲ ਇਹਨਾਂ ਨੇ ਬਿਆਨ ਕੀਤੀ ਹੈ ਇਸ ਚਿੱਠੀ ਦੇ ਵਿੱਚ ਕਿ ਬਚਪਨ ਦੇ ਵਿੱਚ ਕੀ ਅਸਰ ਹੁੰਦਾ ਜਦੋਂ ਬੱਚੇ ਸਭ ਕੁਝ ਇਹ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਆ। ਆਪਾਂ ਅਕਸਰ ਕਹਿੰਦੇ ਆ ਕਿ ਬੱਚਿਆਂ ਦਾ ਮਨ ਕੋਰੀ ਸਲੇਟ ਹੁੰਦਾ, ਜੋ ਕੁਝ ਇੱਕ ਵਾਰੀ ਉਕਰਿਆ ਗਿਆ ਉਮਰ ਭਰ ਉਹਦੇ 'ਤੇ ਉਕਰਿਆ ਰਹਿਣਾ। ਇਸ ਤੋਂ ਇਲਾਵਾ ਕੁਝ ਗੱਲਾਂ ਹੋਰ ਇਹਦੇ ਵਿੱਚੋਂ ਉੱਠਦੀਆਂ ਨੇ ਕਿ ਰਿਸ਼ਤਿਆਂ ਦੇ ਵਿੱਚ ਕੁੜੱਤਣ ਕਿਵੇਂ ਪੈਦਾ ਹੋ ਜਾਂਦੀ ਹੈ ਜਦੋਂ ਰਿਸ਼ਤਿਆਂ ਦੇ ਵਿੱਚ ਗੈਪ ਬਣਨਾ ਸ਼ੁਰੂ ਹੋ ਜਾਂਦਾ। ਅਸੀਂ ਦੇਖੋ, ਜਿਵੇਂ ਇਹਨਾਂ ਨੇ ਲਿਖਿਆ ਕਿ ਇੱਕ ਛੱਤ ਹੇਠਾਂ ਰਹਿ ਕੇ ਵੀ ਇਨਸਾਨ ਇੱਕ ਦੂਸਰੇ ਦੇ ਨਾਲ ਕਿਸੇ ਤਰ੍ਹਾਂ ਦੀ ਕਮਿਊਨੀਕੇਸ਼ਨ ਨਹੀਂ ਕਰ ਰਿਹਾ, ਬਹੁਤ ਸਾਰੀਆਂ ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ। ਪਰ ਇਨਸਾਨ ਹੋਣ ਦੀ ਖੂਬੀ ਇਹ ਆ, ਖਾਸੀਅਤ ਇਹ ਹੈ ਕਿ ਅਸੀਂ ਕਮਿਊਨੀਕੇਟ ਕਰ ਸਕਦੇ ਹਾਂ। ਫਿਰ ਬਹੁਤ ਬੋਝ ਅਸੀਂ ਚੁੱਕੀ ਫਿਰਦੇ ਹਾਂ, ਬਹੁਤ ਕੁਝ ਅਸੀਂ ਢੋਂਦੇ ਹਾਂ ਆਪਣੇ ਨਾਲ। ਇਸ ਕਰਕੇ ਇਹ ਚੀਜ਼ਾਂ ਆਪਣੇ ਆਪ ਵਿੱਚ ਇੱਕ ਅੜਿੱਕਾ ਬਣ ਕੇ ਚੱਲਦੀਆਂ ਨੇ ਕਿ ਅਸੀਂ ਉਮਰ ਆਪਣੀ ਗਾਲ ਦਿੰਦੇ ਹਾਂ, ਪਰ ਸਾਡੀ ਈਗੋ ਆ ਅਤੇ ਸਾਡੇ ਬਹੁਤ ਸਾਰੇ ਇਸ਼ੂਜ਼ ਨੇ ਜਿਹੜੇ ਅਸੀਂ ਰਿਜ਼ੋਲਵ ਨਹੀਂ ਕਰਦੇ। ਇਸੇ ਕਰਕੇ ਕਈ ਵਾਰ ਇਹਨਾਂ ਚੀਜ਼ਾਂ ਦਾ ਅਸਰ ਪੀੜ੍ਹੀਆਂ ਤੱਕ ਜਾਂਦਾ ਹੈ। ਮੈਂ ਤਾਂ ਇਹੀ ਦੁਆ ਕਰਦੀ ਹਾਂ ਕਿ ਜਦੋਂ ਹੁਣ ਇਹੋ ਜਿਹੀਆਂ ਗੱਲਾਂ ਉੱਭਰਨੀਆਂ ਸਾਹਮਣੇ ਆਈਆਂ ਆ, ਆਪਾਂ ਸਾਂਝੀਆਂ ਕਰ ਰਹੇ ਹਾਂ, ਚਾਹੇ ਚਿੱਠੀਆਂ ਦੇ ਜ਼ਰੀਏ ਹੀ ਕਰ ਰਹੇ ਹਾਂ, ਲੋਕ ਆਪਣਾ ਦਿਲ ਖੋਲ੍ਹ ਰਹੇ ਆ। ਜਿਨ੍ਹਾਂ ਦੇ ਲਈ ਲਿਖੀਆਂ ਜਾ ਰਹੀਆਂ ਚਿੱਠੀਆਂ, ਜੇ ਕਿਤੇ ਉਹਨਾਂ ਦੇ ਕੰਨਾਂ ਤੱਕ ਪਹੁੰਚਣ, ਜੇ ਕਿਤੇ ਉਹ ਇਸ ਚੀਜ਼ ਨੂੰ ਦੂਸਰੇ ਐਂਗਲ ਤੋਂ ਵਿਚਾਰ ਸਕਣ, ਅਸਲੀ ਜਿਹੜੀ ਕਮਿਊਨੀਕੇਸ਼ਨ ਆ ਉਹ ਤਾਂ ਹੀ ਹੈ। ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਵਰਿੰਦਰ ਹੋਣਾ ਦਾ। ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ, ਚਿੱਠੀ ਅਣਲਿਖੀ ਲਿਖੀ ਹੈ। ਧੰਨਵਾਦ ਤੁਹਾਡਾ। ਬਾਕੀ ਤੁਹਾਨੂੰ ਸਾਰਿਆਂ ਨੂੰ ਮੈਂ ਇਹੀ ਗੁਜ਼ਾਰਿਸ਼ ਕਰਦੀ ਹਾਂ ਕਿ ਕੋਈ ਕਿਸੇ ਤਰ੍ਹਾਂ ਦਾ ਵੀ ਵਿਸ਼ਾ ਹੋ ਸਕਦਾ ਹੈ, ਕੋਈ ਚੀਜ਼ ਹੋ ਸਕਦੀ ਹੈ ਜਿਹੜੀ ਲਗਾਤਾਰ ਕੌਨਸਟੈਂਟਲੀ ਤੁਹਾਨੂੰ ਬੋਦਰ ਕਰਦੀ ਜਾ ਰਹੀ ਹੈ, ਪਰ ਜੇ ਤੁਸੀਂ ਉਹਦੇ ਤੋਂ ਖਹਿੜਾ ਛੁਡਾਉਣਾ ਹੈ, ਉਹਦੇ ਲਈ ਤੁਹਾਨੂੰ ਕਮਿਊਨੀਕੇਟ ਕਰਨਾ ਪੈਣਾ, ਕਿਤੇ ਨਾ ਕਿਤੇ ਗੱਲ ਖੋਲ੍ਹਣੀ ਪੈਣੀ ਹੈ। ਅਤੇ ਇਹ ਇੱਕ ਜ਼ਰੀਆ ਹੈ
ਚਿੱਠੀਆਂ ਲਿਖੀਆਂ ਲਿਖਣ ਦਾ ਤੁਸੀਂ ਮੈਨੂੰ ਚਿੱਠੀ ਜ਼ਰੂਰ ਲਿਖਣਾ। ਚਾਹੇ ਤੁਸੀਂ ਇਸ ਚਿੱਠੀ ਦੀ ਫੀਡਬੈਕ ਦੇਣੀ ਹੈ ਜਾਂ ਤੁਸੀਂ ਆਪਣੇ ਵੱਲੋਂ ਕੋਈ ਗੱਲ ਕਹਿਣੀ ਹੈ, ਮੇਰੀ ਈਮੇਲ ਜ਼ਰੂਰ ਨੋਟ ਕਰੋ navjotdillon@gmail.com, ਜਾਂ ਫਿਰ ਤੁਸੀਂ ਮੈਨੂੰ WhatsApp ਕਰ ਸਕਦੇ ਹੋ। WhatsApp ਨੰਬਰ 17787129,000। ਅਤੇ ਹੁਣ ਅੱਜ ਦਾ ਇਹ ਐਪੀਸੋਡ ਇੱਥੇ ਹੀ ਖ਼ਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। ਸ਼ੁਕਰੀਆ।